सत श्री अकाल बच्चों। ਅਸੀਂ 9.4 ਐਕਸਰਸਾਈਜ਼ ਕਰ ਰਹੇ ਸੀ। ਤੁਸੀਂ ਇਹਦੇ 15 ਤੱਕ ਸਮ ਕਰ ਚੁੱਕੇ ਹੋ। 16 ਸਮ ਜਿਹੜਾ ਸੀ ਉਹ ਸਟੇਟਮੈਂਟ ਸਿੰਪਲ ਕੁਐਸਚਨ ਸੀਗਾ, ਉਹ ਤੁਸੀਂ ਖੁਦ ਟਰਾਈ ਕਰਨਾ ਹੈ। 17 ਸਮ ਤੋਂ ਜਿਹੜੇ ਹੈ ਤੁਹਾਡੇ ਸਟੇਟਮੈਂਟ ਵਾਲੇ ਸਮ ਸ਼ੁਰੂ ਹੋ ਰਹੇ ਹੈ। ਅੱਜ ਅਸੀਂ ਸਟੇਟਮੈਂਟਸ ਵਾਲੇ ਸਮ ਤੋਂ ਹੀ ਕੁਐਸਚਨ ਜਿਹੜੇ ਹੈ ਆਪਣੇ ਸ਼ੁਰੂ ਕਰਾਂਗੇ। ਤਾਂ ਦੇਖੋ ਤੁਹਾਡਾ 17th ਕੁਐਸਚਨ ਦੇਖੋ। ਕੁਐਸਚਨ ਹੈ ਫਾਈਂਡ ਦ ਇਕੁਏਸ਼ਨ ਆਫ ਦ ਕਰਵ passing through the point 0 and -2 0 ਤੇ -2 ਚੋਂ ਪਾਸ ਕਰਦੇ ਹੋਏ ਪੁਆਇੰਟ ਦੀ ਕਰਵ ਦੀ ਇਕੁਏਸ਼ਨ ਜਿਹੜੀ ਹੈ ਫਾਈਂਡ ਕਰਨੀ ਹੈ। given at any point xy on the curve, ਕਿਸੇ ਪੁਆਇੰਟ xy ਦੇ ਉੱਤੇ ਕਰਵ ਦੇ ਉੱਤੇ ਕੋਈ ਪੁਆਇੰਟ ਹੈ xy, ਉਹਦੇ ਉੱਤੇ ਇੱਕ ਕੰਡੀਸ਼ਨ ਦਿੱਤੀ। ਕੀ ਕੰਡੀਸ਼ਨ ਦਿੱਤੀ ਹੈ? the product of slope of its tangent and y coordinate, ਉਸ ਦੀ ਸਲੋਪ ਅਗਰ ਕੱਢੀਏ ਟੈਂਜੈਂਟ ਦੀ, ਉਸ ਕਰਵ ਦੇ ਉੱਤੇ ਇੱਕ ਪੁਆਇੰਟ ਐਕਸ ਵਾਈ ਹੈ। ਐਕਸ ਵਾਈ ਦੇ ਉੱਪਰ ਅਸੀਂ ਅਗਰ ਟੈਂਜੈਂਟ ਦੀ ਸਲੋਪ ਲਈਏ ਤੇ ਵਾਈ ਕੋਆਰਡੀਨੇਟ ਲਈਏ, ਉਹਨਾਂ ਦੀ ਜਿਹੜੀ ਹੈ ਪ੍ਰੋਡਕਟ ਮਲਟੀਪਲੀਕੇਸ਼ਨ ਇਜ਼ ਇਕੁਅਲ ਟੂ ਐਕਸ ਕੋਆਰਡੀਨੇਟ ਆਫ ਦਾ ਪੁਆਇੰਟ, ਐਕਸ ਕੋਆਰਡੀਨੇਟ ਦੇ ਇਕੁਅਲ ਹੋਏਗਾ। ਮੀਨਸ ਸਲੋਪ ਨੂੰ ਅਸੀਂ ਲਿਖਦੇ ਹਾਂ, ਸਲੋਪ ਆਫ ਟੈਂਜੈਂਟ ਜਿਹੜੀ ਹੈ ਉਹ ਕੀ ਹੁੰਦੀ ਹੈ ਤੁਹਾਡੇ ਕੋਲੇ, ਉਹਨੂੰ ਲਿਖਦੇ ਹਾਂ ਅਸੀਂ dy/dx ਨਾਲ। ਤਾਂ ਆਪਣੇ ਕੋਲੇ ਕੁਐਸਚਨ ਕੀ ਹੈ? ਅਕੋਰਡਿੰਗ ਟੂ ਕੁਐਸਚਨ dy/dx ਤੇ y ਕੋਆਰਡੀਨੇਟ ਦੀ ਪ੍ਰੋਡਕਟ ਇਜ਼ ਇਕੁਅਲ ਟੂ x ਕੋਆਰਡੀਨੇਟ ਆਫ ਦਾ ਪੁਆਇੰਟ। ਇਹ ਕੰਡੀਸ਼ਨ ਤੁਹਾਨੂੰ ਗਿਵਨ ਸੀ। ਇੱਥੋਂ ਤੇ ਇਸ ਨੂੰ ਇਹ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਬਣ ਗਈ ਤੁਹਾਡੇ ਕੋਲੇ। y dy/dx ਇਜ਼ ਇਕੁਅਲ ਟੂ x ਹੈ। ਤੁਸੀਂ ਇਹਨੂੰ ਸੋਲਵ ਕਰਕੇ ਪੁਆਇੰਟ ਦਿੱਤਾ ਹੋਇਆ 0 ਤੇ -2 ਚੋਂ ਪਾਸ ਕਰਦੀ ਹੋਈ ਅਸੀਂ ਇਕੁਏਸ਼ਨ ਜਿਹੜੀ ਹੈ ਫਾਈਂਡ ਕਰਨੀ ਹੈ। ਤਾਂ dy/dx ਹੈ ਤਾਂ y ਵਾਲੇ ਇੱਕ ਸਾਈਡ ਤੇ ਰੱਖਣੇ ਆ, x ਵਾਲੇ ਦੂਸਰੀ ਸਾਈਡ ਤੇ ਰੱਖਣੇ ਆ, dx ਨੂੰ ਉੱਧਰ ਲੈ ਗਏ। ਇੰਟੈਗ੍ਰੇਟ ਬੋਥ ਸਾਈਡਸ, ਦੋਨੋਂ ਸਾਈਡਸ ਤੇ ਤੁਸੀਂ ਇੰਟੈਗ੍ਰੇਟ ਕਰਤਾ। ਤਾਂ y ਦੀ ਇੰਟੈਗ੍ਰੇਸ਼ਨ ਹੋ ਗਈ y²/2 ਇਜ਼ ਇਕੁਅਲ ਟੂ x ਦੀ ਇੰਟੈਗ੍ਰੇਸ਼ਨ ਹੋ ਗਈ x²/2। ਪਾਵਰ 1 ਐਡ ਹੋ ਗਈ, ਉਹਨਾਂ ਦੇ ਉੱਪਰ ਵੀ ਉਨਾ ਹੀ ਹੋ ਗਿਆ, ਨੀਚੇ ਵੀ ਉਨਾ ਹੀ ਹੋ ਗਿਆ, ਪਲੱਸ c। ਇਹ ਤੁਹਾਡੇ ਕੋਲ ਇਕੁਏਸ਼ਨ ਆ ਗਈ। ਤੁਸੀਂ ਇਹਦੇ ਵਿੱਚ ਕਿਉਂਕਿ ਇਹ ਦਿੱਤਾ ਹੋਇਆ ਵੀ 0 ਤੇ -2 ਚੋਂ ਪਾਸ ਕਰਦੇ ਹੋਏ ਇਕੁਏਸ਼ਨ ਜਿਹੜੀ ਆ ਉਹ ਫਾਈਂਡ ਆਊਟ ਕਰਨੀ ਹੈ। x ਨੂੰ ਪੁੱਟ ਕਰ ਦੋ 0 ਤੇ y ਨੂੰ ਪੁੱਟ ਕਰ ਦੋ -2। ਜਿੱਥੇ y ਸੀ ਉੱਥੇ -2 ਕਰਤਾ ਇਕੁਏਸ਼ਨ ਦੇ ਵਿੱਚ, ਅਪਨ 2 ਹੈ। ਇੱਧਰ ਅਸੀਂ 0 ਭਰਾਂਗੇ x ਦੀ ਥਾਂ ਤੇ, 0/2 ਪਲੱਸ c। ਇੱਥੇ ਆ ਗਿਆ 4/2, ਇੱਥੇ ਆ ਗਿਆ 0 ਪਲੱਸ c। ਕੈਂਸਿਲ ਹੋ ਕੇ ਕਿੰਨਾ ਆ ਗਿਆ? 2 ਆ ਗਿਆ। c ਇਜ਼ ਇਕੁਅਲ ਟੂ ਆ ਗਈ 2। ਤਾਂ ਇਕੁਏਸ਼ਨ ਇੱਥੇ ਭਰਾਂਗੇ, ਵੈਲਿਊ ਭਰਾਂਗੇ ਤਾਂ y²/2 ਪਲੱਸ ਇਜ਼ ਇਕੁਅਲ ਟੂ x²/2 ਪਲੱਸ c ਦੀ ਵੈਲਿਊ ਭਰਤੀ 2। 2 ਨਾਲ ਮਲਟੀਪਲਾਈ ਕਰੋਗੇ y² ਇਜ਼ ਇਕੁਅਲ ਟੂ x² ਪਲੱਸ 2 2 4। ਤਾਂ ਇਕੁਏਸ਼ਨ ਆ ਗਈ y² ਮਾਈਨਸ x² ਮਾਈਨਸ 4 ਇਜ਼ ਇਕੁਅਲ ਟੂ 0। ਇਹ ਤੁਹਾਡੇ ਕੋਲੇ ਰਿਕੁਆਇਰਡ ਸੋਲੂਸ਼ਨ ਹੋ ਗਿਆ ਇਕੁਏਸ਼ਨ ਦਾ। ਨੈਕਸਟ ਦੇਖੋ, ਨੈਕਸਟ ਕੁਐਸਚਨ ਹੈ, ਦੇਖੋ 18th ਕੁਐਸਚਨ ਹੈ ਤੁਹਾਡਾ। ਐਟ ਐਨੀ ਪੁਆਇੰਟ xy ਆਫ ਅ ਕਰਵ, ਕਰਵ ਦੇ ਉੱਪਰ ਕੋਈ ਵੀ ਪੁਆਇੰਟ ਹੈ xy ਹੈ, ਇਹ ਪੁਆਇੰਟ ਹੋ ਗਿਆ xy। the slope of tangent is twice, ਜਿਹੜੀ ਇਹਦੀ ਸਲੋਪ ਹੈ ਟੈਂਜੈਂਟ ਦੀ, ਆ ਟੈਂਜੈਂਟ ਹੋ ਗਿਆ। ਸਲੋਪ ਆਫ ਟੈਂਜੈਂਟ ਜਿਹੜੀ ਹੈ ਉਹ ਲਿਖੋਗੇ ਤੁਸੀਂ ਕਿੰਨੀ ਹੁੰਦੀ ਹੈ, ਕਿਵੇਂ ਰਿਪਰੈਜ਼ੈਂਟ ਕਰਦੇ ਆ? dy/dx ਨਾਲ। ਕੰਡੀਸ਼ਨ ਕੀ ਦਿੱਤੀ ਹੈ? ਜਿਹੜੀ ਸਲੋਪ ਆਫ ਟੈਂਜੈਂਟ ਹੈ ਇਸ ਟਵਾਈਸ the slope of the line segment joining the point of contact। point of contact ਇਹ ਹੈ, ਇੱਕ ਆਪਣੇ ਕੋਲ ਪੁਆਇੰਟ ਦਿੱਤਾ -4 ਤੇ -3, ਇਹਨਾਂ ਦੋਨੋਂ ਪੁਆਇੰਟਸ ਨੂੰ ਜੁਆਇਨ ਕਰਨ ਵਾਲੀ ਲਾਈਨ ਦੀ ਸਲੋਪ ਨਾਲੋਂ ਟਵਾਈਸ ਹੈ। ਕਿਤੇ ਵੀ ਪੁਆਇੰਟ ਹੋ ਸਕਦਾ ਹੈ -4 ਤੇ -3, x ਤੇ y ਨਾਲ ਜੁਆਇਨ ਕਰਨ ਲਈ ਲਾਈਨ ਅਸੀਂ ਲਿਖਾਂਗੇ ਸਲੋਪ ਆਫ ਲਾਈਨ। ਸਾਨੂੰ ਚਾਹੀਦੀ ਹੈ ਸਲੋਪ ਆਫ ਲਾਈਨ, ਇਹ ਵਾਲੀ ਲਾਈਨ ਦੀ ਸਲੋਪ ਚਾਹੀਦੀ ਹੈ ਪਾਸਿੰਗ ਥਰੂ -4 -3 and
x एंड y, पॉइंट ऑफ ਕੰਟੈਕਟ x ਤੇ y ਚੋਂ ਤੇ -4 ਦੇ -3 ਚੋਂ ਪਾਸ ਕਰਦੀ ਹੋਈ ਲਾਈਨ ਦੀ ਸਲੋਪ ਚਾਹੀਦੀ ਹੈ ਤੁਹਾਨੂੰ। ਤਾਂ ਫਾਰਮੂਲਾ ਕੀ ਹੁੰਦਾ ਤੁਹਾਡੇ ਕੋਲੇ y2 y1 upon x2 x1। ਤਾਂ y2 ਹੈ y ਮਾਈਨਸ y1 ਹੋ ਗਿਆ ਤੁਹਾਡੇ ਕੋਲੇ -3 upon x2 ਦੀ ਥਾਂ ਤੇ x ਹੈ ਮਾਈਨਸ x1 ਦੀ ਥਾਂ ਤੇ ਹੋ ਗਿਆ -4। ਤਾਂ ਸਲੋਪ ਆ ਗਈ ਤੁਹਾਡੇ ਕੋਲੇ y माइनस माइनस प्लस का 3 अपॉन x माइनस माइनस प्लस का 4। ये आ गई स्लोप ऑफ लाइन ते आ स्लोप ऑफ टेंजेंट। ਤੁਹਾਡੇ ਕੋਲ ਇਹ ਕੰਡੀਸ਼ਨ ਦਿੱਤੀ ਹੈ ਕਿ ਇਹ ਵਾਲੀ ਜਿਹੜੀ ਸਲੋਪ ਹੈ ਟੈਂਜੈਂਟ ਦੀ ਉਹ ਟਵਾਈਸ ਹੈ ਇਹ ਵਾਲੇ ਲਾਈਨ ਸੈਗਮੈਂਟ ਦੀ ਸਲੋਪ ਨਾਲੋਂ। ਤਾਂ ਇਹ ਵਾਲੇ ਲਾਈਨ ਸੈਗਮੈਂਟ ਦੇ ਸਲੋਪ ਨਾਲੋਂ ਟਵਾਈਸ ਹੈ ਤਾਂ ਅਕੋਰਡਿੰਗ ਟੂ ਪ੍ਰੋਬਲਮ ਜਿਹੜਾ ਹੈ dy upon dx ਜਿਹੜੀ ਹੈ ਉਹ ਕੀ ਹੋਗੀ इज इक्वल टू होगी डबल ऑफ ਇਹਦੀ ਸਲੋਪ ਲਾਈਨ ਸੈਗਮੈਂਟ ਦੀ ਸਲੋਪ ਤੇ ਤੋਂ ਡਬਲ ਹੈ। ਇਹ ਤੁਹਾਡੇ ਕੋਲ ਇੱਕ ਇਕੁਏਸ਼ਨ ਬਣ ਗਈ, ਇੱਕ ਡਿਫਰੈਂਸ਼ੀਅਲ ਇਕੁਏਸ਼ਨ ਹੈ। ਤੁਸੀਂ ਇਸ ਨੂੰ ਸੋਲਵ ਕਰਨਾ ਹੈਗਾ। फाइंड द इक्वेशन ऑफ द कर्व, कर्व ਦੀ ਇਕੁਏਸ਼ਨ ਕਰਨੀ ਹੈ given that passes through -2 and 1। ਜਿਹੜੀ -2 ਤੇ 1 ਚੋਂ ਪਾਸ ਕਰਦੀ ਹੈ ਉਸ ਕਰਵ ਦੀ ਇਕੁਏਸ਼ਨ ਜਿਹੜੀ ਹੈ ਤੁਸੀਂ ਫਾਈਂਡ ਕਰਨੀ ਹੈ। ਤਾਂ ਦੇਖੋ y वाली एक साइड ते कर लो 1 upon y plus 3 इधर नीचे आ गया, dy इधर है dx ਨੂੰ ਉਸ ਸਾਈਡ ਤੇ ਲੈ ਜਾਾਂਗੇ 2 upon x plus 4 ਇੱਥੇ ਆਲਰੇਡੀ ਹੈਗਾ ਹੀ ਸੀ dx ਇੱਧਰ ਜਾ ਚਲਾ ਜਾਏਗਾ। ਇੰਟੀਗ੍ਰੇਟ ਕਰੋਗੇ ਦੋਨੋਂ ਸਾਈਡਸ ਨੂੰ ਤਾਂ ਇੱਧਰ ਇੰਟੀਗ੍ਰੇਸ਼ਨ ਹੋਗੀ, ਇੱਧਰਲੀ ਸਾਈਡ ਤੇ ਵੀ ਇੰਟੀਗ੍ਰੇਸ਼ਨ 2 ਕਾਮਨ ਬਾਹਰ ਆ ਗਿਆ ਕਾਂਸਟੈਂਟ ਹੈ ਇਹਦੀ ਇੰਟੀਗ੍ਰੇਸ਼ਨ ਕਰਨੀ ਹੈ। ਇਹਦੀ ਇੰਟੀਗ੍ਰੇਸ਼ਨ ਕਿੰਨੀ ਹੋਏਗੀ 1 upon x ਵਾਲੀ ਫਾਰਮ में log x ਹੁੰਦਾ ਇੰਟੀਗ੍ਰੇਸ਼ਨ ਇੱਥੇ ਆ ਜੀ log of y plus 3 ਇੱਥੇ 2 ਹੈ ਇਹਦੀ ਇੰਟੀਗ੍ਰੇਸ਼ਨ ਹੋਗੀ log of x plus 4। ਇੱਧਰ ਅਸੀਂ ਨਾਲ ਕਾਂਸਟੈਂਟ ਵੀ log ਦੀ ਫਾਰਮ 'ਚ ਲੈ ਲਓ log c, log ਚਾਹੇ ਇਹਨੂੰ ਵੀ log c ਲੈ ਲਿਆ। ਇਹਨੂੰ ਸੋਲਵ ਕਰਾਂਗੇ ਅਸੀਂ ਤਾਂ log of y plus 3 is equal to 2 पावर चला जाएगा log x plus 4 की पावर 2 plus log c। ਅੱਗੇ ਦੇਖੋ log ਸਾਰਿਆਂ ਤੇ ਇੱਥੇ log m into n ਕਰ ਸਕਦੇ ਹੋ ਤੁਸੀਂ log x plus 4 ਦੀ ਪਾਵਰ ਦਾ ਸਕੁਅਰ into c ਇਕੱਠਾ ਹੋ ਗਿਆ log m into n ਵਾਲੀ ਫਾਰਮ। ਇੱਥੇ log y plus 3 log ਨਾਲ log कैंसिल हो गया y plus 3 आ गया इक्वल टू x plus 4 ਦਾ ਸਕੁਅਰ into c। ਹੁਣ ਤੁਹਾਡੇ ਕੋਲ ਦੇਖੋ ਪੁਆਇੰਟ ਦਿੱਤਾ ਹੋਇਆ ਸੀਗਾ ਕਰਵ ਜਿਹੜੀ ਆ ਪਾਸ ਕਰ ਰਹੀ ਹੈ -2 ਤੇ 1 ਦੇ ਵਿੱਚੋਂ, ਮਤਲਬ x ਨੂੰ ਤੁਸੀਂ -2 ਭਰਨਾ ਹੈ ਤੇ y ਨੂੰ ਤੁਸੀਂ 1 ਭਰਨਾ ਹੈ। ਇਹਦੇ ਉੱਤੇ ਆਪਾਂ ਨੇ ਸੋਲੂਸ਼ਨ ਕਰਨਾ ਹੈ। x ਨੂੰ ਭਰ ਦੋ ਤੇ y ਨੂੰ ਭਰ ਦੋ, y ਨੂੰ 1 ਭਰਾਂਗੇ x ਨੂੰ -2 ਭਰਾਂਗੇ ਉਸ ਦਾ ਸਕੁਅਰ into c। ਤਾਂ ਇੱਥੇ 4 ਆ ਗਿਆ is equal to ਇੱਥੇ ਰਹਿ ਗਿਆ 2 ਦਾ ਸਕੁਅਰ into c। 4 ਹੀ ਆ ਗਿਆ ਇਹ ਵੀ 4 is equal to 4c। c ਦੀ ਵੈਲਿਊ ਕਿੰਨੀ ਆਈ ਕੱਟ ਕੇ 1 ਆ ਗਈ। c ਦੀ ਵੈਲਿਊ ਇੱਥੇ ਪੁੱਟ ਕਰ ਦੋ ਤੁਸੀਂ ਤਾਂ ਤੁਹਾਡੇ ਕੋਲੇ ਪਾਰਟਿਕੂਲਰ ਸੋਲੂਸ਼ਨ ਆ ਜਾਏਗਾ। ਦੇਖੋ ਆ ਇਕੁਏਸ਼ਨ ਦੇ ਵਿੱਚ c ਦੀ ਵੈਲਿਊ ਪੁੱਟ ਕਰਨੀ ਹੈ y plus 3 is equal to x plus 4 ਦਾ ਸਕੁਅਰ into c ਦੀ ਵੈਲਿਊ 1। ਤਾਂ y plus 3 is equal to ਆ ਗਿਆ x plus 4 ਦਾ ਸਕੁਅਰ। ਇਹ ਤੁਹਾਡੇ ਕੋਲ ਰਿਕੁਆਇਰਡ ਜਿਹੜਾ ਹੈ ਸੋਲੂਸ਼ਨ ਹੋ ਗਿਆ ਗਿਵਨ ਇਕੁਏਸ਼ਨ ਦਾ। ਤੁਹਾਡਾ 19th ਕੁਐਸਚਨ ਦੇਖੋ the volume of the spherical balloon being inflated changes at a constant rate। ਤੁਹਾਡੇ ਕੋਲ ਇੱਕ ਬੈਲੂਨ ਹੈ ਸਫੈਰੀਕਲ ਸ਼ੇਪ ਦੇ ਵਿੱਚ ਹੈ, ਉਹ ਜਿਹੜਾ ਹੈ ਇਨਫਲੇਟ ਹੋ ਰਿਹਾ ਹੈਗਾ ਵਿਦ ਕਾਂਸਟੈਂਟ ਰੇਟ ਨਾਲ ਉਹਦੀ ਵੋਲਿਊਮ ਜਿਹੜਾ ਹੈ ਚੇਂਜ ਹੋ ਰਿਹਾ ਹੈ। ਇਫ ਇਨੀਸ਼ੀਅਲੀ ਇਟਸ ਰੇਡੀਅਸ ਇਜ਼ 3 ਯੂਨਿਟਸ, ਅਗਰ ਸ਼ੁਰੂ ਦੇ ਵਿੱਚ ਉਹਦਾ ਰੇਡੀਅਸ 3 ਯੂਨਿਟਸ ਸੀਗਾ ਐਂਡ ਆਫਟਰ 3 ਸੈਕਿੰਡਸ 3 ਸੈਕਿੰਡ ਬਾਅਦ 3 सेकंड्स बाद ਉਹਦਾ ਵੋਲਿਊਮ ਜਿਹੜਾ ਹੈ 6 ਯੂਨਿਟਸ ਹੋ ਗਿਆ, ਰੇਡੀਅਸ ਜਿਹੜਾ ਸੌਰੀ 6 ਯੂਨਿਟ ਹੋ ਗਿਆ। ਇਹ ਆਫਟਰ t ਸੈਕਿੰਡਸ ਹੈ, ਮਤਲਬ ਜਦੋਂ ਟਾਈਮ 0 ਸੀ ਉਦੋਂ ਇਹ ਰੇਡੀਅਸ ਦਿੱਤਾ ਹੋਇਆ ਹੈ 3 ਯੂਨਿਟਸ ਹੈ
ਤੇ ਆਫਟਰ 3 ਸੈਕਿੰਡਸ मतलब ਜਦੋਂ ਟਾਈਮ 3 ਸੈਕਿੰਡ ਹੋ ਗਿਆ ਤਾਂ ਆਪਣੇ ਕੋਲ ਰੇਡੀਅਸ ਦੇਤਾ ਉਸਨੇ 6 यूनिट्स है। फाइंड द रेडियस ऑफ द बैलून आफ्टर t सेकंड्स। t सेकंड्स बाद रेडियस ਜਿਹੜਾ ਹੈ ਕਿੰਨਾ ਹੋਏਗਾ ਉਹ ਤੁਸੀਂ फाइंड आउट करना है। तो वॉल्यूम ऑफ द बैलून, स्फेरिकल बैलून, की फॉर्मूला ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ बैलून ਦਾ स्फेरिकल चीज ਦਾ वॉल्यूम ਕੱਢਣ ਦਾ फॉर्मूला 4/3 पाई r क्यूब। ਤੁਹਾਨੂੰ ਗਿਵਨ ਕੀ ਹੈ ਕਿ ਇਸ ਦਾ ਵੋਲਿਊਮ ਦਾ ਚੇਂਜ ਹੋਣ ਦਾ ਰੇਟ ਦਿੱਤਾ ਹੋਇਆ ਹੈ, ਮੀਨਸ dv/dt ਦਿੱਤਾ ਹੋਇਆ ਹੈ ਕਿ ਉਹ ਕਾਂਸਟੈਂਟ ਰਹਿੰਦਾ ਹੈਗਾ। ਕਾਂਸਟੈਂਟ ਲੈ ਲਓ, ਐਨੀ k ਲੈ ਲਓ, k ਇੱਕ ਕਾਂਸਟੈਂਟ ਹੈ ਵੀ ਇਹ ਜਿਹੜੀ ਹੈ ਰੇਟ ਆਫ ਚੇਂਜ ਆਫ ਵੋਲਿਊਮ ਜਿਹੜਾ ਹੈ ਉਹ ਕਾਂਸਟੈਂਟ ਹੈ। वॉल्यूम ਦੀ ਵੈਲਿਊ v ਦਿੱਤਾ ਹੋਇਆ ਤੁਹਾਨੂੰ 4/3 ਪਾਈ r ਕਿਊਬ ਹੈ, ਇਹ v ਦਿੱਤੀ ਹੋਈ ਹੈ। v ਦੀ ਵੈਲਿਊ ਇੱਥੇ ਭਰ ਦੋਗੇ ਤਾਂ d, v ਦੀ ਵੈਲਿਊ ਭਰ ਦੇ ਤਾਂ d/dt ਇਜ਼ ਇਕੁਅਲ ਟੂ ਆ ਗਿਆ 4/3 ਪਾਈ r ਕਿਊਬ ਇਜ਼ ਇਕੁਅਲ ਟੂ k। d/dt मतलब डिफरेंशिएट करना है ਤੁਸੀਂ ਇੱਥੇ with respect to t डिफरेंशिएट करो। 4/3 ਤੇ ਪਾਈ ਕਾਂਸਟੈਂਟ ਹੈ, r ਕਿਊਬ ਦਾ ਡੈਰੀਵੇਟਿਵ ਆ ਜਾਏਗਾ 3r²। पर हले इन्ना ही खत्म नहीं होया क्योंकि विद रिस्पेक्ट टू t डिफरेंशिएट कर रहे हो तो इस करके नाल की लगेगा dr/dt इज इक्वल टू कांस्टेंट k। सिर्फ इधरली साइड डिफरेंशिएट कीती आप इधर नहीं डिफरेंशिएट किया कि इत्थे 0 कर दो k नु, सिर्फ इस साइड ते डिफरेंशिएशन हुई है। 3 नाल 3 कट गया, ये आ गया तुहाडा 4 पाई r² इनटू dr/dt इज इक्वल टू k। आर वाले एक साइड ते रहन दो, देखो दो वेरिएबल्स ने ਇਹਦੇ ਚ r ਤੇ t दो वेरिएबल्स ने, ਅੱਗੇ x ਤੇ y दो वेरिएबल ਹੁੰਦੇ ਆ, ਇਹਦੇ ਚ दो वेरिएबल r ਤੇ t ਨੇ। r ਵਾਲੇ ਇੱਕ ਸਾਈਡ ਤੇ ਰਹਿਣ ਦੋ, t ਵਾਲੇ ਦੂਸਰੀ ਸਾਈਡ ਤੇ ਲੈ ਜਾਓ, r² dr ਇੱਥੇ ਹੀ ਰਹਿ ਜਾਏਗਾ। ਆ 4 ਪਾਈ ਵੀ ਉਧਰ ਲੈ ਜਾਓ, अपॉन आ जाएगा 4 पाई dt ਤੁਸੀਂ ਉਧਰ ਲੈ ਕੇ ਜਾਓਗੇ, ਮਲਟੀਪਲਾਈ ਹੋ ਗਿਆ dt। इंटीग्रेट बोथ साइड्स r² dr, ਇੱਥੇ इंटीग्रेशन करनी है k/4 पाई dt। r² ਦੀ ਇੰਟੀਗ੍ਰੇਸ਼ਨ r ਦੀ ਪਾਵਰ 3/3 ਹੋਗੀ, ਇੱਕ ਪਾਵਰ ਵੱਧ ਗਿਆ। ਉਸ ਤੋਂ ਬਾਅਦ k/4 ਪਾਈ ਕਾਂਸਟੈਂਟ ਹੈ ਉਹ ਬਾਹਰ ਆ ਗਿਆ, 1 ਰਹਿ ਗਿਆ ਇੱਥੇ ਅੰਦਰ। 1 ਦੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ t, ਤਾਂ 1 ਦੀ ਇੰਟੀਗ੍ਰੇਸ਼ਨ ਹੋਗੀ t ਪਲੱਸ c ਯਾਨੀ ਕਾਂਸਟੈਂਟ। ਹੁਣ ਤੁਹਾਡੇ ਕੋਲ ਆ ਇਕੁਏਸ਼ਨ ਆ ਗਈ, ਇਹਦੇ ਚ ਤੁਹਾਨੂੰ ਦੋ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ। ਅਗਰ ਟਾਈਮ 0 ਹੈ ਤਾਂ ਰੇਡੀਅਸ 3 ਹੈ। ਪਹਿਲਾਂ ਇਹ ਲੈ ਕੇ ਚੱਲੋ, when t is equal to 0 initially radius कितना given है r ਦਿੱਤਾ ਹੋਇਆ ਹੈ 3 यूनिट्स। ਤਾਂ ਭਰੋ ਇਹਦੇ ਚ r ਨੂੰ 3 ਭਰ ਦੋ ਤੇ t ਨੂੰ ਭਰਨਾ ਹੈ 0, ਤਾਂ ਸਾਰਾ 0 ਹੋ ਗਿਆ। 3 3 ਦਾ 9, 9 3 ਦਾ 27/3, ਇੱਥੇ ਆ ਗਿਆ 0 plus c, ਤਾਂ ਇੱਥੇ ਆ ਜਾਏਗਾ ਕੱਟ ਕੇ 9 ਆ ਗਿਆ, c ਦੀ ਵੈਲਿਊ ਆ ਗਈ 9। दूसरी कंडीशन लगाओ, when t is equal to 3 r is equal to 6। पर वो इस इक्वेशन ਦੇ ਵਿੱਚ ਫੇਰ ਭਰੋ, r ਦੀ t ਦੀ ਵੈਲਿਊ ਆਪਾਂ ਨੇ 3 ਭਰਨੀ ਹੈ, r ਦੀ ਵੈਲਿਊ 6 ਭਰਨੀ ਹੈ। 6 ਦੀ ਪਾਵਰ 3/3 is equal to k/4 ਪਾਈ, t ਦੀ ਵੈਲਿਊ 3 ਭਰਤੀ ਪਲੱਸ c। ਇਹਨੂੰ ਸੋਲਵ ਕਰ ਲਓ, 3 3 6 6 ਹੈ 36, 36 into 6 216 आ जाएगा। इधर साइड से कर लो, सॉल्व किया 216/3 इज इक्वल टू k/4 पाई। आ 3 भी नीचे आ जाएगा, वैसे नीचे सॉरी नहीं आ सकता, इंटू 3 प्लस c। कटाओगे 3 7 21, 3 2 6 72 अपॉन इधर आ गया माइनस का 3k/4 पाई इज इक्वल टू c। ਹੁਣ ਤੁਸੀਂ ਦੇਖੋ ਇਹਦੇ ਵਿੱਚ c ਤੁਸੀਂ ਫਾਈਂਡ ਆਊਟ ਕਰ ਚੁੱਕੇ ਹੋ, c ਤੁਸੀਂ 9 ਕੱਢੀ ਸੀ, c ਨੂੰ ਇੱਥੇ ਵਰਤ ਲਓ ਤੁਸੀਂ। 72 minus 3k/4 pi is equal to 9।
ਤੁਸੀਂ ਇਹਨੂੰ ਇੱਧਰ ਲੈ ਕੇ ਆਉਣਾ ਸੀਗਾ, c ਨੂੰ ਇੱਧਰ ਲੈ ਕੇ ਆਉਣਾ ਸੀ। 72 minus 9 is equal to 3k upon 4 pi। 9 ਮਾਈਨਸ ਕਰੀਏ ਕਿੰਨੇ ਰਹਿ ਗਏ ਤੁਹਾਡੇ ਕੋਲੇ, ਇਹ ਰਹਿ ਜਾਣਗੇ ਤੁਹਾਡੇ ਕੋਲੇ 63 3k upon 4 pi। 3 नीचे आएगा, 4 pi ऊपर आएगा, इज इक्वल टू k। 3 to the 6 21, 4 ना मल्टीप्लाई करता 4 1 4 4 2 8 84 pi इज इक्वल टू k। ਤੁਹਾਡੇ ਕੋਲੇ k ਜਿਹੜੀ ਵੈਲਿਊ ਹੈ 84 ਪਾਈ ਆ ਗਈ। ਤੁਸੀਂ ਕਰਨਾ ਕੀ ਹੈ, ਕੁਐਸਚਨ ਸੀ ਫਾਈਂਡ ਦਾ ਰੇਡੀਅਸ ਆਫ ਦਾ ਬੈਲੂਨ ਆਫਟਰ ਟਾਈਮ t। ਰੇਡੀਅਸ ਕਿੰਨਾ ਹੋਏਗਾ ਆਫਟਰ ਟਾਈਮ t। ਤੁਹਾਡੇ ਕੋਲ ਆ ਇਕੁਏਸ਼ਨ ਸੀਗੀ, ਇਹਲੀ ਇਕੁਏਸ਼ਨ ਦੇ ਵਿੱਚ ਤੁਸੀਂ ਵੈਲਿਊ ਭਰ ਦੋ k ਤੇ c ਦੀ, ਤਾਂ r³/3 ਇਜ਼ ਇਕੁਅਲ ਟੂ k ਦੀ ਵੈਲਿਊ ਤੁਹਾਡੀ ਆਈ ਹੈ 84 ਪਾਈ ਅਪਨ 4 ਪਾਈ ਇੰਟੂ t ਪਲਸ c ਦੀ ਵੈਲਿਊ ਤੁਹਾਡੇ ਕੋਲ ਪਹਿਲਾਂ ਆਈ ਸੀਗੀ 9। ਦੋਨੋਂ ਵੈਲਿਊਜ਼ ਭਰਤੀਆਂ। r³ ਇਜ਼ ਇਕੁਅਲ ਟੂ ਅਪਨ 3 ਇਜ਼ ਇਕੁਅਲ ਟੂ 4 ਦੇ ਨਾਲ ਕੱਟਦਾ 4 21 ਆ ਗਿਆ, ਪਾਈ ਨਾਲ ਕੱਟ ਗਿਆ ਪਾਈ 21t ਪਲਸ 9 3 उधर जाके मल्टीप्लाई हो गया, ये आ जाएगा 3 1 3 2 6 63t प्लस 27। तो r की वैल्यू आ गई 63t प्लस 27, उसकी पावर कितनी होगी 1/3। आ जोड़ा है इसका रेडियस हो जाएगा आफ्टर t सेकेंड्स। 21st सम देखो, in a bank principal increases continuously at the rate of r% per year। प्रिंसीपल अमाउंट जी है वो r% पर ईयर इंक्रीज हो रही है। अगर प्रिंसीपल अमाउंट ਨੂੰ p ਨਾਲ ਡੋਨੇਟ ਕਰੀਏ ਅਸੀਂ ਤਾਂ गिवन ਕੀ ਹੈ रेट ऑफ चेंज ऑफ प्रिंसिपल मींस dp अपॉन dt हो गया इज इक्वल टू r% ऑफ प्रिंसिपल अमाउंट। r% ऑफ प्रिंसिपल अमाउंट का मतलब है प्रिंसिपल अमाउंट का r% मतलब r अपॉन 100। प्रिंसिपल अमाउंट का r% r अपॉन 100 इससे इक्वल दिता हुआ है। रेट ऑफ चेंज ऑफ प्रिंसिपल इज r% है, r% की है प्रिंसिपल अमाउंट का। आ कंडीशन ਤੁਹਾਨੂੰ ਹੋ ਗਈ ਦਿੱਤੀ ਹੈ, ਤੁਸੀਂ ਕੀ ਕਰਨਾ ਹੈ ਇਹਨੂੰ ਸੋਲਵ ਕਰਕੇ ਵੈਲਿਊ ਕੱਢਣੀ ਹੈ। क्वेश्चन है फाइंड द वैल्यू ऑफ r ਦੀ ਵੈਲਿਊ ਕੱਢੋ। ਇਫ r 100 रुपीज 100 ਇਨੀਸ਼ੀਅਲ ਅਮਾਉਂਟ ਜਿਹੜੀ ਹੈ ਜਦੋਂ ਟਾਈਮ 0 ਹੈ ਉਦੋਂ p ਦਿੱਤਾ ਹੋਇਆ 100 रुपीज है। it doubles itself in 10 years। 10 years च डबल हो जाएगी आफ्टर 10 years टाइम। अगर 10 years है तो प्रिंसिपल अमाउंट जी डबल हो जाएगी मीन्स 200 हो जाएगी। ये ਤੁਹਾਨੂੰ कंडीशन गिवन है। log 2 ਦੀ वैल्यू भी गिवन है ਤੁਹਾਡੇ ਕੋਲੇ 0.6931 है। ਹੁਣ ਤੁਹਾਡੇ ਕੋਲ ਆ ਕੰਡੀਸ਼ਨ ਆ ਗਈ, ਇੱਥੋਂ ਤੇ ਤੁਸੀਂ ਇਹਨੂੰ ਸੋਲਵ ਕਰੋ। p ਇੱਕ ਸਾਈਡ ਤੇ ਲੈ ਜਾਓ 1/p dp इज इक्वल टू r अपॉन 100 t वाला एक साइड ते ले गए। ਇਹਦੇ ਚ वेरिएबल dp ਤੇ dt ने p ਤੇ t ਜਿਹੜੇ ਨੇ वेरिएबल ਨੇ। ਅਗਲਾ p ਜਿਹੜਾ ਹੈ ਤੇ ਆ r ਜਿਹੜੀ ਹੈ ਇਹ ਫਿਕਸ ਅਮਾਉਂਟ ਹੈ। ਇੰਟੈਗ੍ਰੇਟ ਕਰਾਂਗੇ 1/p dp, ਇੱਧਰ ਇੰਟੈਗ੍ਰੇਟ ਕਰੋਗੇ r upon 100 dt ਨੂੰ। ਇੱਥੇ ਡਿਫਰੈਂਸ਼ੀਏਟ ਕਰ ਰਹੇ ਹਾਂ ਵਿਦ ਰਿਸਪੈਕਟ ਟੂ p। 1/p ਜਿਹੜਾ ਹੈ ਇਹਦਾ ਹੋ ਗਿਆ ਆਪਣੇ ਕੋਲੇ log p। r ਜਿਹੜੀ ਹੈ ਇਹ ਫਿਕਸ ਹੈ r upon 100 with respect to t इंटेग्रेट करना है। with respect to t p ने ਇਹਦੇ r नहीं सी करना, r कांस्टेंट रह गया। ਇੱਥੇ ਆ ਜਾਏਗਾ t plus any constant c। now p ਦੀ ਵੈਲਿਊ ਤੁਹਾਨੂੰ ਪਹਿਲੀ ਕੰਡੀਸ਼ਨ ਗਿਵਨ ਹੈ when time is equal to 0 ਹੋਏਗਾ ਤਾਂ p ਕਿੰਨੀ ਲੈਣੀ ਹੈ 100 रुपीस ਲੈਣੀ है। ਇੱਥੇ ਭਰ ਦੋ log 100 is equal to r upon 100 into t ਦੀ वैल्यू 0 plus c। इन्हें सारे 0 करता, ये आ गया log 100 is equal to आ 0 हो गया c आ गया, c ਦੀ वैल्यू आ गई log 100। दूसरा देखो हुण ਤੁਹਾਡੇ ਕੋਲੇ ਇੱਧਰ ਫਿਰ ਤੋਂ when दूजी कंडीशन ਦਿੱਤੀ है when t is equal to 10 प्रिंसिपल अमाउंट जी है वो 200 रुपीज बन जाती है। तो पी को अपने को फिर भरो log
p ਦੀ ਵੈਲਿਊ 200 is equal to r upon 100 into t ਦੀ ਵੈਲਿਊ ਕਰਨੀ ਹੈ ਇੱਥੇ 10 plus c ਦੀ ਵੈਲਿਊ ਤੁਸੀਂ ਕੱਢ ਚੁੱਕੇ ਹੋ, ਯੂਜ਼ ਕਰ ਸਕਦੇ ਹੋ ਇੱਥੇ log 100। ਇੱਥੇ 0 ਨਾਲ 0 ਕੱਟ ਰਹੀ ਹੈ, ਇਹਨੂੰ ਇੱਧਰ ਲੈ ਆਵਾਂਗੇ log 200 minus log 100। ਇੱਧਰ ਰਹਿ ਗਿਆ ਤੁਹਾਡੇ ਕੋਲੇ r upon 10। log m minus log n वाली फॉर्म आ गई, log m upon n हो जाएगा। इधर है r by 10, ये कट के आ गया 2, log 2 आ गया। इधर आ गया अपने को r by 10। log 2 दी वैल्यू गिवन है तो ये है 0.6931 है r upon 10। 10 इधर आके मल्टीप्लाई होएगा, 0.6931 ਨੂੰ अगर 10 ਨਾਲ मल्टीप्लाई कर दिए तो पॉइंट ही किधर चला जाएगा, ये आंसर आ जाएगा 6.931। ये ਤੁਹਾਡੇ ਕੋਲੇ r आ गई। क्वेश्चन से फाइंड द वैल्यू ऑफ r ਦੀ वैल्यू फाइंड करो, यही ਤੁਸੀਂ पता करना ਸੀ। देखो बेटे ਤੁਹਾਡਾ 22nd क्वेश्चन है, इन ए कल्चर द बैक्टीरिया काउंट इज 1 लाख। बैक्टीरिया काउंट कल्चर ਦੇ ਵਿੱਚ 1 ਲੱਖ ਨੇ। the number is increased 10% in 2 hours। ਇਹਨਾਂ ਨੰਬਰ ਜਿਹੜਾ ਹੈ 10% ਵੱਧ ਜਾਂਦਾ 2 ਘੰਟਿਆਂ ਦੇ ਵਿੱਚ। will the count 2 lakh if the rate of growth of the bacteria is proportional to the number present। ਇਹ ਕਾਊਂਟ ਜਿਹੜਾ ਹੈ 2 ਲੱਖ ਹੋ ਜਾਏਗਾ ਅਗਰ ਰੇਟ ਆਫ ਗਰੋਥ ਆਫ ਬੈਕਟੀਰੀਆ ਦੇ ਗਰੋ ਕਰਨ ਦਾ ਰੇਟ ਜਿਹੜਾ ਹੈ ਪ੍ਰੋਪੋਰਸ਼ਨਲ ਹੋਏ ਟੂ ਦਾ ਨੰਬਰ ਪ੍ਰੈਜ਼ੈਂਟ, ਜਿੰਨੇ ਇਸ ਟਾਈਮ ਪ੍ਰੈਜ਼ੈਂਟ ਨੇ ਉਸ ਦੇ ਪ੍ਰੋਪੋਰਸ਼ਨਲ ਹੋਵੇ। ਆਪਾਂ ਸਪੋਜ਼ ਕਰ ਲਾਂਗੇ ਲੈਟ ਨੰਬਰ ਆਫ ਬੈਕਟੀਰੀਆ ਪ੍ਰੈਜ਼ੈਂਟ y ਐਟ ਟਾਈਮ ਐਨੀ ਟਾਈਮ t। ਕਿਸੇ ਟਾਈਮ t ਦੇ ਉੱਤੇ ਬੈਕਟੀਰੀਆ ਦੀ ਗਿਣਤੀ ਮੰਨ ਲਓ y ਹੈ, ਤਾਂ ਅਕੋਰਡਿੰਗ ਟੂ ਦਿਸ ਕੰਡੀਸ਼ਨ ग्रोथ ऑफ बैक्टीरिया की ग्रोथ नू असी लिखांगे dy अपॉन dt। बैक्टीरिया की ग्रोथ dy अपॉन dt जिहड़ी है वो प्रपोर्शनल दिती हुई है नंबर प्रेजेंट नंबर किन्ने लए ने आपां ने y। तां इहनू असी सॉल्व करांगे dy अपॉन dt हैगा तुहाडे कोले y वाले, इहनू dy अपॉन dt प्रपोर्शनैलिटी दा साइन हटाओगे, इत्थे आ जाएगा ky। k की है इत्थे यानी कांस्टेंट है, ਤਾਂ ਆਪਣੇ ਕੋਲੇ y ਵਾਲੇ ਸੈਪਰੇਟ ਕਰੋ, dy अपॉन y ਇੱਧਰ ਆ ਗਿਆ, k dt ਇੱਧਰ ਹੈ। ਇੰਟੈਗਰੇਟ ਕਰ ਦੋ ਦੋਨੋਂ ਸਾਈਡਸ ਤੇ, ਇਹਦੀ ਵੀ ਇੰਟੈਗ੍ਰੇਸ਼ਨ ਹੋ ਗਈ, ਇੱਧਰ ਦੂਸਰੀ ਸਾਈਡ ਤੇ ਵੀ ਇੰਟੈਗ੍ਰੇਸ਼ਨ ਹੋ ਗਈ। 1 अपॉन y ਦੀ ਇੰਟੈਗ੍ਰੇਸ਼ਨ log y, k ਕਾਂਸਟੈਂਟ ਹੈ, t ਦਾ 1 ਦੀ ਇੰਟੈਗ੍ਰੇਸ਼ਨ t ਹੋ ਗਈ ਪਲਸ ਐਨੀ ਕਾਂਸਟੈਂਟ c। ਇਹ ਤੁਹਾਡੇ ਕੋਲ ਆ ਗਿਆ, ਇੱਕ ਇਕੁਏਸ਼ਨ ਬਣ ਗਈ। ਹੁਣ ਦੇਖੋ एट अगर टाइम अपने को 0 है जो इनिशियल स्टेज से सी, लैट वाई जड़े है प्रेजेंट बैक्टीरिया जो सी इनिशियल स्टेज से उत्ते वाई नॉट सी, तो इत्थे पुट करांगे तो अपने को इक्वेशन बन गई log वाई नॉट इज इक्वल टू के टी दी वैल्यू 0 करती प्लस सी। ये आ गया log वाई नॉट इज इक्वल टू सी। सी दी वैल्यू आ गई, सी दी वैल्यू इत्थे पुट कर दो, इहदे विच पुट करो तो log y इज इक्वल टू के टी प्लस सी दी वैल्यू log y नॉट। इहनू इधर ले आओ, तो इत्थे आ गया log y, इहनू इस साइड ते ले आओ, माइनस log y नॉट इज इक्वल टू के टी। देखो ये log m माइनस log n वाली फॉर्म है, इत्थे आ जाएगा log y अपॉन y नॉट इज इक्वल टू के टी। ये तुहाडे को log y अपॉन y नॉट की वैल्यू आ गई। हुण अगे देखो तुहाडे कोल इन्हां ने नंबर ऑफ बैक्टीरिया जिहड़े है वो दस्से है कि 2 आवर्स दे विच 10% जिहड़ा है इनक्रीज हुंदा है। मतलब वैन टाइम जिहड़ा है 2 आवर्स होण तां y दी वैल्यू कितनी होएगी, 10% इंक्रीज पीछे हो रहा है, 100 दे पीछे 10 इंक्रीज हो रहा, मतलब इंक्रीज कितना होया 110 हो गए। 100 के पीछे इनिशियल स्टेज कितनी सी y नॉट सी, तो y दी वैल्यू की हो जाएगी 110
10/100 इंटू वाई नॉट, आ 0 ਨਾਲ 0 ਕੱਟ ਗਈ ਤਾਂ y इज इक्वल टू आ गया 11/10 वाई नॉट। ਤਾਂ ਇਹ ਜਿਹੜੀ ਹੈ ਵੈਲਿਊ ਇੱਥੇ ਪੁੱਟ ਕਰ ਦਿਓ ਤੁਸੀਂ। log of y ਦੀ ਵੈਲਿਊ 11/10 वाई नॉट अपॉन है y नॉट इज इक्वल टू के t ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ 2 ounce। ਤਾਂ y नॉट ਨਾਲ y नॉट कैंसिल हो गया। log of 11/10 is equal to 2k। आ 2 ਨੂੰ ਨੀਚੇ ਲੈ ਆਓਗੇ ਤਾਂ 1/2 is equal log 11/10 is equal to ਆ ਗਿਆ ਤੁਹਾਡੇ ਕੋਲ k। ਇਹ k ਦੀ ਵੈਲਿਊ ਆ ਗਈ ਤੁਹਾਡੇ ਕੋਲੇ। k ਦੀ ਵੈਲਿਊ ਪੁੱਟ ਕਰ ਦਿਆ ਅਗਰ ਇਸ ਇਕੁਏਸ਼ਨ ਦੇ ਵਿੱਚ ਤਾਂ log of y upon y naught is equal to k ਦੀ ਵੈਲਿਊ ਕਰੋ 1/2 log of 11/10 into t। ਤਾਂ t ਆ ਗਿਆ ਤੁਹਾਡੇ ਕੋਲ, ਇਹ ਜਿਹੜੀ ਹੈ ਅਪॉन ਆ ਜਾਏਗੀ log of y upon y naught upon 1/2 log 11/10। ਹੁਣ ਧਿਆਨ ਦਿਓ ਤੁਹਾਡੇ ਕੋਲੇ ਦਿੱਤਾ ਕੀ ਹੋਇਆ ਹੈਗਾ, ਇੱਕ ਇਹਨਾਂ ਨੇ ਦਿੱਤਾ ਹੋਇਆ ਹੈ ਕਿ ਅਗਰ ਪਹਿਲਾ ਜਿਹੜਾ ਹੈ ਪ੍ਰੈਜ਼ੈਂਟ ਜਿਹੜਾ ਹੈ ਇਹ 1 ਲੱਖ ਹੈ ਕਲਚਰ ਦੇ ਵਿੱਚ ਬੈਕਟੀਰੀਆ, ਤੇ ਇਹ ਜਿਹੜਾ ਹੈ ਇਹਦਾ ਕਾਊਂਟ ਅਗਰ 2 ਲੱਖ ਹੋ ਜਾਂਦਾ ਤਾਂ ਇਹ ਪ੍ਰਪੋਰਸ਼ਨ ਹੁੰਦੇ ਆ। ਤਾਂ ਮੀਨਸ ਇੱਥੇ ਅਗਰ ਵੈਲਿਊ ਭਰੀਏ ਅਸੀਂ ਇਹਨਾਂ ਦੀ log ਆਪਣੇ ਕੋਲੇ ਇਹ ਵਾਲੀ ਵੈਲਿਊ ਜਿਹੜੀ ਹੈ y naught ਤੇ y, मतलब कि ये y ਜਿਹੜੀ ਹੈਗੀ ਹੈ ਉਹ y naught ਨਾਲੋਂ ਡਬਲ ਹੋ ਰਹੀ ਹੈ। ਠੀਕ ਹੈ, ਮੀਨਸ ਇੱਥੇ ਆਪਣੇ ਕੋਲੇ y ਦੀ ਵੈਲਿਊ 2 ਲੱਖ ਹੈ, नीचे ਤੁਹਾਡੇ ਕੋਲੇ 1 ਲੱਖ ਹੈ अपॉन 1/2 log 11/10। ਇਹਨੂੰ ਤੁਸੀਂ ਕਟਾਓਗੇ, ਕੱਟ ਕੇ ਆ ਗਿਆ log 2। t ਦੀ ਵੈਲਿਊ ਆ ਗਈ ਇੱਥੇ, t ਨੂੰ t1 ਲੈ ਲਓ, ਜਦੋਂ ਇਹ ਤਾਂ t ਆਇਆ ਸੀ ਨਾ, this implies ਤੁਹਾਡੇ ਕੋਲੇ t1 ਟਾਈਮ ਦੇ ਉੱਤੇ at time t1 ਇਹ ਵੈਲਿਊ ਜਿਹੜੀ ਹੈ ਇਸ ਤੋਂ ਡਬਲ ਹੋ ਗਈ, 2 ਲੱਖ ਹੋ ਗਈ y ਦੇ ਨਾਲ, y naught ਦੇ ਨਾਲੋਂ। ਤਾਂ ਇਹ ਆ ਗਿਆ ਤੁਹਾਡੇ ਕੋਲ ਆਨਸਰ log of 2 upon 1/2 log 11/10। ਇਹ ਤੁਹਾਡੇ ਕੋਲੇ ਆਨਸਰ ਹੈ। ਐਂਡ ਟਾਈਮ ਦੇ ਵਿੱਚ ਜਿਹੜੀ ਹੈ ਇਹ 2 ਲੱਖ ਹੋ ਜਾਏਗੀ। देखो लास्ट 23rd क्वेश्चन है, द जनरल सोल्यूशन ऑफ द डिफरेंशियल इक्वेशन दिस इज। इन्हां दा जनरल सोल्यूशन देखना है केड़ा हैगा। आ इक्वेशन है dy upon dx is equal to e ਦੀ ਪਾਵਰ x plus y। ਇਹ ਚ ਤੁਸੀਂ ਪਹਿਲਾ ਸਟੈਪ ਕੀ ਕਰ ਸਕਦੇ ਹੋ, dy upon dx ਨੂੰ ਇਹਨੂੰ ਤੋੜ ਕੇ ਲਿਖ ਲਓ, e ਦੀ ਪਾਵਰ x into e ਦੀ ਪਾਵਰ y ਲਿਖ ਸਕਦੇ ਆ। ਸੈਪਰੇਟ ਕਰ ਲਓ ਇਹਨਾਂ ਨੂੰ, x ਵਾਲੇ ਸੈਪਰੇਟ ਕਰਨੇ ਆ, y ਵਾਲੇ ਸੈਪਰੇਟ, e ਦੀ ਪਾਵਰ y ਨੂੰ ਇੱਧਰ ਲੈ ਆਓ, dy है इधर e ਦੀ ਪਾਵਰ ਇੱਥੇ y ਆ ਕੇ ਡਿਵਾਈਡ ਹੋ ਗਿਆ e ਦੀ ਪਾਵਰ y, इधर e ਦੀ ਪਾਵਰ x ਆਲਰੇਡੀ ਸੀ, dx ਉਧਰ ਜਾ ਕੇ ਮਲਟੀਪਲਾਈ ਹੋ ਗਿਆ। ਦੋਨੋਂ ਪਾਸੇ ਇੰਟੀਗ੍ਰੇਸ਼ਨ ਕਰੋ, ਇਧਰਲੇ ਪਾਸੇ e ਦੀ ਪਾਵਰ y ਹੈ ਇਹਨੂੰ ਉੱਪਰ ਲੈ ਜਾਾਂਗੇ, e ਦੀ ਪਾਵਰ -y ਬਣ ਗਿਆ dy, ਇਧਰਲੇ ਪਾਸੇ ਇੰਟੀਗ੍ਰੇਟ ਕੀਤਾ e ਦੀ ਪਾਵਰ dx ਨੂੰ, ਤਾਂ e ਦੀ ਪਾਵਰ -y ਦੀ ਇੰਟੀਗ੍ਰੇਸ਼ਨ e ਦੀ ਪਾਵਰ -y ਅਪॉन ਇਨਸਾਈਡ ਦਾ ਡੈਰੀਵੇਟਿਵ -1 ਹੈ, -1 ਨਾਲ ਡਿਵਾਈਡ ਹੋ ਗਿਆ। ਇੱਥੇ e ਦੀ ਪਾਵਰ x ਦਾ ਇੰਟੀਗ੍ਰੇਸ਼ਨ e ਦੀ ਪਾਵਰ x ਪਲਸ ਕਾਂਸਟੈਂਟ c, ਇੱਥੇ ਮਾਈਨਸ ਤਾਂ ਆ ਗਿਆ e ਦੀ ਪਾਵਰ -y ਇਜ਼ ਇਕੁਅਲ ਟੂ e ਦੀ ਪਾਵਰ x ਪਲਸ c। ਤੁਹਾਡੇ ਕੋਲ ਕੀ ਚੀਜ਼ ਹੈ, ਆਪਣੇ ਕੋਲ ਆ ਚੀਜ਼ ਹੈ e ਦੀ ਪਾਵਰ x, ਆ ਉਧਰ ਚਲਾ ਗਿਆ ਪਲਸ ਤਾਂ ਬਣ ਗਿਆ e ਦੀ ਪਾਵਰ -y। ਇੱਥੇ ਕਾਂਸਟੈਂਟ ਪਹਿਲਾਂ ਤੁਸੀਂ c ਦੀ ਥਾਂ ਤੇ c ਡੈਸ਼ ਲੈ ਲਓ, इस कांस्टेंट ਨੂੰ ਤੁਸੀਂ ਆ ਚੀਜ਼ ਇੱਧਰ ਲੈ ਕੇ ਆਓ, ਇੱਧਰ ਆਊਗਾ ਮਾਈਨਸ ਤਾਂ c ਡੈਸ਼ ਹੋ ਗਿਆ, e ਦੀ ਪਾਵਰ x ਪਲਸ e ਦੀ ਪਾਵਰ -y, ਇਹਨੂੰ ਨया ਕਾਂਸਟੈਂਟ c ਲੈ ਲਓ, ਸਾਰਾ ਜਿਹੜਾ ਹੈ ਇੱਕ ਨਵਾਂ ਕਾਂਸਟੈਂਟ c ਬਣ ਗਿਆ। ਇਹਦੇ ਵਿੱਚੋਂ ਕਿਹੜਾ ਆਨਸਰ ਆਏਗਾ ਤੁਹਾਡਾ, e ਦੀ ਪਾਵਰ x ਪਲਸ e ਦੀ ਪਾਵਰ -y ਇਜ਼ ਇਕੁਅਲ ਟੂ c। ਆ ਜਿਹੜਾ ਹੈ ਸੌਰੀ ਇਹ ਵਾਲਾ ਨਹੀਂ, e ਦੀ ਪਾਵਰ x ਤੇ e ਦੀ ਪਾਵਰ -y ਇਜ਼ ਇਕੁਅਲ ਟੂ c।
ਫਸਟ ਆਪਸ਼ਨ ਹੈ ਇਹ ਜਿਹੜਾ ਹੈ ਆਪਸ਼ਨ ਜਿਹੜਾ ਹੈ ਇਸ ਦਾ ਆਨਸਰ। ਇੱਥੇ ਕੋਈ ਨया ਕਨਸਟੈਂਟ ਲੈ ਸਕਦੇ ਹੋ ਕਿਉਂਕਿ ਨੈਗੇਟਿਵ ਸਾਈਨ ਜਿਹੜਾ ਹੈਗਾ ਇਸ ਤੋਂ नया कॉन्स्टेंट ਜਿਹੜਾ ਹੈ ਕੋਈ ਵੀ ਕਨਸਟੈਂਟ ਚੇਂਜ ਕਰ ਸਕਦੇ ਹਾਂ। ਪਹਿਲਾਂ ਕੋਈ ਹੋਰ ਕਨਸਟੈਂਟ ਲੈ ਲਿਆ ਕਰੋ, ਬਾਅਦ ਵਿੱਚ ਉਹਨੂੰ ਕਨਵਰਟ ਕਰ ਲਓ ਸੀ ਦੇ ਵਿੱਚ। ਇਸੇ ਨਾਲ ਹੀ ਤੁਹਾਡੀ ਐਕਸਰਸਾਈਜ਼ ਖਤਮ ਹੁੰਦੀ ਹੈ। ਥੈਂਕ ਯੂ।